एरोबायोटिक कंपोनेंट एबायोटिक कंपोनेंट्स की थोड़ी एग्जांपल पता चल गई। सो नेक्स्ट अगे हैगा कि अपने को नेक्स्ट वी आर गोइंग टू डिस्कस अबाउट दी 10% लॉ। व्हाट इज 10% लॉ? ਜਾਂ ਇਸ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ व्हाट इज फूड चेन और फूड वेब। सो फर्स्टली ਅਸੀਂ डिस्कस ਕਰਦੇ ਹਾਂ फूड वेब। फूड वेब ਬਾਰੇ ਬਹੁਤ ਸਾਰੇ ਕੁਐਸਚਨ ਆਉਂਦੇ ਨੇ ਕਿ फूड वेब ਹੁੰਦੀ ਕੀ ਆ। फूड वेब ਇੱਕ चेन ਹੁੰਦੀ ਹੈ। दिस इज चेन, दिस इज चेन, एक चेन है in which one trophic level depends upon another trophic level. So here trophic level, what is trophic level? Trophic level is actually a like ਜਿੱਦਾਂ ਦੇਖ ਲਓ ਫੂਡ ਵੈਬ ਦੇ ਵਿੱਚ ਫਸਟਲੀ ਗ੍ਰਾਸ ਹੈਗਾ, ਗ੍ਰਾਸ then ਗ੍ਰਾਸ ਨੂੰ ਕੋਈ ਵੀ ਰੈਬਿਟ ਖਾ ਰਿਹਾ ਜਾਂ ਡੀਅਰ ਖਾ ਰਿਹਾ, ਇਸ ਨੂੰ ਅੱਗੇ ਫਰਦਰ ਲਾਇਨ ਖਾ ਰਿਹਾ। ਠੀਕ, so this is a chain, this is a one way and this is unidirectional. We can say this is unidirectional कि एक वाली जाएगी। ये नहीं है कि लाइन ਨੂੰ ਡੀਅਰ ਖਾ ਜਾਏਗਾ, ਡੀਅਰ ਨੂੰ ਗ੍ਰਾਸ ਖਾਏਗਾ, ਐਦਾਂ ਨਹੀਂ ਹੁੰਦਾ। ਗ੍ਰਾਸ ਨੂੰ ਰੈਬਿਟ ਖਾਏਗਾ, ਡੀਅਰ ਖਾਏਗਾ, ਡੀਅਰ ਨੂੰ ਲਾਇਨ ਖਾਏਗਾ। ਸੋ ਦਿਸ ਇਜ਼ ਅ unidirectional chain and food ਇਹਨੂੰ ਅਸੀਂ ਕਹਿੰਦੇ ਫੂਡ ਚੇਨ। ਗ੍ਰਾਸ ਨੂੰ ਰੈਬਿਟ, ਰੈਬਿਟ ਨੂੰ ਲਾਇਨ ਤਾਂ ਸੌਰੀ ਤਾਂ ਇਹਦਾ ਕੀ ਹੈ ਫੂਡ ਚੇਨ ਬਣ ਜਾਏਗੀ। ਇਸ ਤੋਂ ਬਾਅਦ ਟਰਮ ਆਈ ਸਾਡੇ ਕੋਲ ਫੂਡ ਵੈਬ। ਬੱਚੇ ਬਹੁਤ ਕਨਫਿਊਜ਼ ਹੁੰਦੇ ਆ ਜੀ ਫੂਡ ਵੈਬ ਦੇ ਵਿੱਚ। ਫੂਡ ਵੈਬ ਕੀ ਹੈ? ਸੌਰੀ ਦਿਸ ਇਜ਼ ਫੂਡ ਚੇਨ, ਮੈਂ ਗਲਤੀ ਨਾਲ ਲਿਖ ਬੈਠਾ ਸੀਗਾ ਵੈਬ, ਇੱਥੇ ਨਹੀਂ ਹੈ ਫੂਡ ਵੈਬ। ਫੂਡ ਵੈਬ ਦੇ ਵਿੱਚ ਕੀ ਹੋਏਗਾ? ਫੂਡ ਵੈਬ ਦੇ ਵਿੱਚ ਬਹੁਤ ਸਾਰੀਆਂ ਫੂਡ ਚੇਨਸ ਇੰਟਰਲਿੰਕ ਹੋਣਗੀਆਂ। ਸੋ ਨੈਟਵਰਕ ਆਫ ਫੂਡ ਚੇਨਸ, ਨੈਟਵਰਕ ਆਫ ਫੂਡ ਚੇਨ, ਫੂਡ ਚੇਨਸ ਦਾ ਨੈਟਵਰਕ ਨੂੰ ਅਸੀਂ ਫੂਡ ਵੈਬ ਕਹਿੰਦੇ ਆ। ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਗ੍ਰਾਸ ਖਾਇਆ ਜਾਂਦਾ ਹੈ ਰੈਬਿਟ ਦੁਆਰਾ, जो स्पेलिंग आई थिंक मैच ना करन, बट रैबिट, ग्रास ऊपर, ठीक, ग्रास ऊपर में कोई होर खाएगा, इनू ईगल भी खा जाती है। इदां दे बहुत सारे इंटरलिंक्ड चेन बन जांदियां ने जिन्होंने ਅਸੀਂ फूड वैब कहने हैं। लाइक एक कंप्यूटर ਦੇ ਵਿੱਚ ਜਿੱਦਾਂ ਨੈਟਵਰਕ ਲੈਬ ਹੁੰਦੀ ਹੈ ਨਾ, ਨੈਟਵਰਕ ਦੇ ਅਕੋਰਡਿੰਗ ਇੱਕ ਵੈਬ ਹੁੰਦੀ ਆ, ਉਹਦੇ ਵਿੱਚ ਬਹੁਤ ਸਾਰੇ ਕੰਪਿਊਟਰ ਐਪਸ ਵਿੱਚ ਇੰਟਰਲਿੰਕ ਹੁੰਦੇ। ਸੋ ਦੈਟਸ ਕਾਲਡ ਫੂਡ ਵੈਬ। ਸੋ ਲਾਈਕ ਸਿਮਿਲਰਲੀ, ਸੋ ਨਾਓ ਦ ਵੈਰੀ ਇੰਪੋਰਟੈਂਟ ਕੁਐਸਚਨ ਇਜ਼ व्हाट इज द 10% लॉ। ਬਹੁਤ ਵਾਰੀ ਪੇਪਰ ਪੁੱਛਿਆ ਗਿਆ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ, ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਜਿਹੜਾ ਕਿ ਕੁਐਸਚਨਸ ਬਹੁਤ ਵਾਰ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ এনवायरमेंट ਦੇ ਰਿਲੇਟਡ। এনवायरमेंट ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਕੁਐਸਚਨ ਬਾਰੇ। ਸਪੈਸ਼ਲੀ क्या है जी 10% लॉ वार बहुत आवाज़ आ रही है, बहुत वॉचिंग वाले आ रहे हैं, चीज़ा बेचने वाले है ना। सो दिस टाइम इज ए लाइक क्या कहते हैं मशहूरी है ना, एडवर्टाइजमेंट। सो ओके नाउ टाइम्स कम टू बैक, ओके कम टू द पॉइंट। नेक्स्ट इज 10% लॉ। 10% लॉ, व्हाट इज 10% लॉ? After 10% law, I will discuss about that topic which is from +1 class, and that's also very important for master cadre examination. So बने रहो वीडियो के ऊपर। 10% law की कहता जी 10% law कहता है कि जदों सन तो एनर्जी आएगी प्लांट्स दे कोल ਤਾਂ प्लांट्स 1% एनर्जी क्या करेंगे? एब्जॉर्ब करेंगे। ठीक, प्लांट्स 1% एनर्जी ऑब्जॉर्व करेंगे। प्लांट्स तो अगे फर्दर डियर जिन्होंने ਅਸੀਂ 10% एनर्जी करने हैं एंड फर्दर इनू लोइन खा रहा था दैन 10% ऑफ एनर्जी ਇਹਦੇ ਕੋਲ ਜਾਊਗੀ। तो सपोज करो ਸਾਨੂੰ ਇਹ ਕਿੰਨੀ ਦੇ ਰਿਹਾ 2000 जूल एनर्जी ਦਿੰਦਾ ਪਿਆ
2000 जूल सन एनर्जी दे रहा है प्लांट ਨੂੰ प्लांट की कर रहा है 1% absorb कर रहा है 1% of 2000 1% of 2000 it becomes 20 so 20 joules ਜਿਹੜੀ એનર્ਜੀ ਹੈ ਉਹ ਕਿੰਦੇ ਕੋਲ ਜਾ ਰਹੀ ਹੈ डी ਕੋਲ now 20 जॉल ਨੂੰ ਲੋਇਨ ਖਾ ਰਿਹਾ ਤਾਂ ਕਿੰਨੀ ਜਾਏਗੀ 10% ਲੋਇਨ ਕੰਜ਼ੂਮ ਕਰੇਗਾ so 20 into 10 by 100 so it become 2 joule ਤਾਂ ਲੋਇਨ ਕੋਲੇ 2 joule એનર્ਜੀ ਜਾਏਗੀ so this is 10% wow this is very most important question ਜਿਹੜਾ ਬਹੁਤ ਵਾਰ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਬਹੁਤ ਵਾਰ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਚੁੱਕਿਆ ਆਈ ਥਿੰਕ ਤੁਹਾਨੂੰ ਸਮਝ ਲੱਗ ਗਿਆ ਹੋਣਾ ਇਸ ਤੋਂ ਬਾਅਦ ਆਪਾਂ ਨੈਕਸਟ ਚਲਦੇ ਹਾਂ ਇੱਕ ਹੋਰ ਟਰਮ ਬਹੁਤ ਇੰਪੋਰਟੈਂਟ ਆਉਂਦੀ ਹੈ ਮੇਰੇ ਮਾਈਂਡ ਵਿੱਚ ਆ ਗਈ ਜੋ ਕਿ ਇਸ এনवायरमेंट ਦੇ ਰਿਲੇਟਡ ਹੈਗੀ ਆ ਮੈਗਨੀਫਿਕੇਸ਼ਨ ਬਾਇਓ ਮੈਗਨੀਫਿਕੇਸ਼ਨ ਨੂੰ ਕਹਿੰਦੇ ਆ okay now next is biomagnification ਬਾਇਓਮੈਗਨੀਫਿਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਜੀ ਬਾਇਓਮੈਗਨੀਫਿਕੇਸ਼ਨ ਦੇ ਵਿੱਚ ਲੈਵਲ ਆਫ ਕੈਮੀਕਲਸ ਦਾ ਜਿਹੜਾ ਹੁੰਦਾ ਆ ਪਾਰਟ ਇਨਕਰੀਜ਼ ਕਰਦਾ ਆ ਮਤਲਬ ਕਿ ਲੈਵਲ ਆਫ ਕੈਮੀਕਲਸ ਇਨਕਰੀਜ਼ ਇਨ ਦੀ ਬਾਡੀ that is called magnification biomagnification ਜਦੋਂ ਕੈਮੀਕਲਸ ਦੀ amount or concentration increase ਕਰ ਜਾਂਦੀ ਹੈ ਹਿਊਮਨ ਬੋਡੀ ਦੇ ਵਿੱਚ that's called biomagnification ਮਤਲਬ ਕਿ ਪਹਿਲਾਂ ਅਸੀਂ ਪਲਾਂਟਸ ਕੋਈ ਵੀ ਹੋ ਸਕਦਾ ਹੈ ਵਿੱਚ ਖਾਦ ਸਪਰੇ ਪਾਉਂਦੇ ਆ ਫਰਟੀਲਾਈਜ਼ਰਸ ਐਡ ਕਰਦੇ ਆ ਫਰਟੀਲਾਈਜ਼ਰਸ ਐਡ ਕਰਨ ਤੋਂ ਬਾਅਦ फर्टिलाइजर्स प्लांट्स ਵਿੱਚ ਹੋ ਜਾਂਦੀਆਂ प्लांट्स ਨੂੰ ਕੋਈ ਹੋਰ ਚੀਜ਼ ਈਟ ਕਰਦੀ ਹੈ ਐਨੀਮਲਸ ਈਟ ਕਰਦੇ ਆ ਐਨੀਮਲਸ ਦੇ ਵਿੱਚ ਅਸੀਂ ਵੀ ਆਨੇ ਆ ਤਾਂ ਕਿ ਇਹ ਐਂਡ ਵਿੱਚ ਸਾਡੇ ਉਹ ਬੋਡੀ ਦੇ ਚਲੀ ਜਾਂਦੀ ਹੈ ਚਾ ਥਰੂ ਦੀ ਗਰਾਊਂਡ ਵਾਟਰ ਸਾਡੇ ਬੋਡੀ ਦੇ ਵਿੱਚ ਅੰਦਰ ਚਲੀ ਜਾਂਦੀ ਹੈ ਸੋ ਨੈਕਸਟ ਇਜ਼ biomagnification is our so next is chapter 4 plus 1 which one is more important in the syllabus of master cadre simply we will discuss about the configuration electronic configuration of from the structure of atom the electronic configuration we will discuss about the structure of atom and atom ਦੇ ਵਿੱਚ ਜਿਹੜੇ ਹੁੰਦੇ ਆ proton and neutron ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨਿਊਕਲੀਅਸ ਵਿੱਚ ਹਮੇਸ਼ਾ proton ਹੁੰਦੇ ਆ neutron ਹੁੰਦੇ ਆ proton ਹੁੰਦੇ ਆ neutron ਹੁੰਦੇ ਆ and electron ਹੁੰਦੇ ਆ so there is one fact proton always equal to electron number of electrons neutron ਦਾ number different ਹੋ ਸਕਦਾ ਹੈ so neutron ਦੇ ਕਰਕੇ ਹੀ isotopes ਬਣਦੇ so isotopes ਦਾ ਮਤਲਬ ਕੀ ਹੁੰਦਾ ਹੈ ਕਿ same chemical formula ਹੈਗਾ isotopes ਦਾ ਮਤਲਬ ਕਾਰਬਨ same ਹੈਗਾ atomic number same ਹੈਗਾ but atomic mass different ਹੈ so that's the difference ਕਿਉਂਕਿ ਅਸੀਂ ਮਾਸ ਕਿੱਥੋਂ ਲੈਂਦੇ ਆ atomic mass ਸਾਡਾ ਹੁੰਦਾ ਹੈ proton plus neutron number of protons plus number of neutrons so on so ਇੱਥੇ ਅਸੀਂ ਮਾਸ ਕਰਦੇ ਹਾਂ ਬਟ ਅਸੀਂ ਕਮ ਟੂ ਪੁਆਇੰਟ ਤੇ ਆਉਂਦੇ ਹਾਂ ਜਿਹੜਾ ਕਿ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਲੈਕਟ੍ਰੋਨਿਕ ਕਨਫੀਗਰੇਸ਼ਨ ਬਹੁਤ ਵਾਰ ਪੁੱਛੀ ਜਾਂਦੀ ਹੈ ਰਾਈਟ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਫॉर ਕ੍ਰੋਮੀਅਮ ਦੇ ਕੇਸ ਦੇ ਵਿੱਚ ਕਹਿੰਦੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੱਸੋ ਜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਸੋ ਤੁਹਾਨੂੰ ਬਹੁਤ ਸਾਰੇ ਆਪਸ਼ਨ ਗਿਵਨ ਹੋਣਗੇ ਉਹਨਾਂ ਵਿੱਚ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀ ਹੋਏਗੀ ਜਿਹੜੇ ਬਾਇਓ ਵਾਲੇ ਹੈਗੇ ਨੇ ਜਿਨ੍ਹਾਂ ਨੇ ਕੈਮਿਸਟਰੀ ਐਜ਼ ਏ ਸੈਕਿੰਡ ਪੇਪਰ ਚੂਜ਼ ਕੀਤਾ ਹੈ ਤਾਂ ਉਹਨਾਂ ਲਈ ਬਹੁਤ ਚੀਜ਼ਾਂ ਸਮਝਣ ਵਾਲੀ ਬਿਕੋਜ਼ ਉਹ ਹੁਣ ਭੁੱਲ ਚੁੱਕੇ ਹੋਣਗੇ ਕਿ ਇਲੈਕਟ੍ਰੋਨਿਕ ਕਨਫੀਗਰੇਸ਼ਨ ਪਹਿਲੇ ਤਾਂ ਲਿਖਣੀ ਕਿੱਦਾਂ ਆ ਸੈਕਿੰਡ ਇਹ ਭੁੱਲ ਚੁੱਕੇ ਹੋਣਗੇ ਕਿ ਕ੍ਰੋਮੀਅਮ ਦੀ ਕੀ ਵਿਸ਼ੇਸ਼ਤਾ ਹੈ ਕੀ डिफरेंस है क्या एडवांटेज है एंड क्रोमियम एंड कॉपर की so we will discuss about the chromium and
कॉपर इलैक्ट्रॉनिक कॉन्फ़िगरेशन। सो स्टार्ट करते हैं क्रोमियम तो। क्रोमियम का एटॉमिक नंबर होंगे जी 24। नोटेड। इलैक्ट्रॉनिक कॉन्फ़िगरेशन लिखनी है आप 1s2 2s2 2p6 3s2 2 4 10 12 20 3d10 4s 2 10 12 and 10 22 4s2. That's all. One s2 2 s2 2p6 3s2 3p6 4s2 3p6 3p6 4s2 3d9. Okay, so 2 to 4 10 12 18 20 and 29. Chromium the atomic numbers can be titanium radium chromium. I think so wrong हो रहा है 24 2 to 4 10 12 24 this one 18 1s2 2s2 2p6 3s2 3p6 3d9 4s2 हम लोग करना 6 17 2 19 25 10 22 29 30 टर्म के नंबर फ्रॉम 24 1s2 2s2 2p 3s 3p 3d 4s 4p 4d 4f here 3p6 4s2 3d 3ps 4s2 and 3d 9 not who look at us change around me this shape. Okay, so there is something still in this one. Okay, now this is electronic configuration. So मैंने इसका फिर क्या होया सीगा कि ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਅਗਰ ਡਾਊਟ ਚ ਆ ਜਾਂਦੇ ਹਾਂ ਤਾਂ ਕਿਸ ਤਰੀਕੇ ਦੇ ਨਾਲ ਅਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਨੂੰ ਫਿਲ ਕਰਨਾ ਹੈ। ਸੋ ਨਾ ਟੇਬਲ ਬਣਾ ਕੇ ਇਦਾਂ ਦਾ ਹੁਣ ਅਸੀਂ ਫਿਲ ਕਰਦੇ ਹੁੰਦੇ ਹਾਂ ਜਿੱਦਾਂ 1s ਲਿਖ ਲਿਆ 2s 2p 3s 3p 3d and 4s 4p 4d 4f आ जाएगा। सो ਲੈਵਲ ਆਫ એનર્ਜੀ ਇਦਾਂ ਅਸੀਂ ਡਰਾ ਕਰਦੇ ਰਹਿਣਾ ਹੈ। ਸੋ ਇਦਾਂ ਅਸੀਂ ਡਰਾ ਕਰ ਸਕਦੇ ਹਾਂ। ਤਾਂ ਪਲੱਸ 1 ਦੀ ਬੁੱਕ ਦੇ ਵਿੱਚ ਇਹ ਸਾਰਾ ਕੁਝ ਹੈਗਾ ਆ। ਸੋ ਅਸੀਂ ਮੂਵ ਕਰਦੇ ਹਾਂ ਨੈਕਸਟ ਫਰੋਮ 24